हाँ जी स्टूडेंट्स, ਜਿਹੜਾ ਆਪਣਾ ਅੱਜ ਦਾ ਟੌਪਿਕ ਹੈ ਉਹ ਹੈ ਡੇਟਾਬੇਸਿਸ। ਜਿਵੇਂ ਤੁਹਾਡੇ ਸਬਜੈਕਟ ਦਾ ਨਾਮ ਹੈ DBMS, ਡੇਟਾਬੇਸ ਮੈਨੇਜਮੈਂਟ ਸਿਸਟਮ। ਜੇ ਪੂਰੇ ਇਸ DBMS ਨੂੰ ਆਪਾਂ ਡਿਵਾਈਡ ਕਰੀਏ ਤਾਂ ਇਹਦੇ ਦੋ ਪਾਰਟਸ ਬਣਦੇ ਹਨ, ਡੇਟਾਬੇਸ ਤੇ ਇੱਕ ਹੈ ਮੈਨੇਜਮੈਂਟ ਸਿਸਟਮ। ਡੇਟਾਬੇਸ ਮੈਨੇਜਮੈਂਟ ਸਿਸਟਮ ਤਾਂ ਉਹ ਦੋ ਪਾਰਟਸਾਂ ਨੂੰ ਦੋ ਭਾਗਾਂ ਨੂੰ ਜੇ ਅੱਡ-ਅੱਡ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜਾ ਪਾਰਟ ਆਉਂਦਾ ਹੈ ਡੇਟਾਬੇਸ। ਡੇਟਾਬੇਸ ਕੀ ਹੈ? ਡੇਟਾਬੇਸ ਇਜ਼ ਅ ਕਲੈਕਸ਼ਨ ਆਫ ਇੰਟਰ ਰਿਲੇਟਡ ਡੇਟਾ। ਜੇ ਤੁਸੀਂ ਐਨੀ ਕੁ ਲਾਈਨ ਸਮਝਣ ਦੀ ਕੋਸ਼ਿਸ਼ ਕਰੋ, ਇੰਟਰ ਰਿਲੇਟਡ ਦਾ ਮਤਲਬ ਕੀ ਹੈ? ਇੱਕ ਦੂਜੇ ਨਾਲ ਜੁੜਿਆ ਹੋਇਆ। ਤਾਂ ਡੇਟਾਬੇਸ ਕੀ ਹੈ? ਉਹ ਡੇਟਾ ਹੈ ਜਿਹੜਾ ਆਪਸ ਦੇ ਵਿੱਚ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਵਿਚ ਹੈਲਪਸ ਇਨ efficient retrieval, insertion and deletion of data from database। ਤਾਂ ਜੇ ਦੂਜੀ ਲਾਈਨ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜਾ ਡੇਟਾ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ ਤਾਂ ਡੇਟਾਬੇਸ ਆਪਾਂ ਨੂੰ ਹੈਲਪ ਕੀ ਕਰਦਾ ਹੈ? ਉਸ ਨੂੰ ਆਪਾਂ ਰਿਟਰੀਵਲ ਮਤਲਬ ਰੀਡ ਕਰ ਸਕੀਏ, ਉਹਨੂੰ ਫੈਚ ਕਰ ਸਕੀਏ ਡੇਟਾ ਨੂੰ। ਡੇਟਾਬੇਸ ਦੇ ਵਿੱਚ ਡੇਟਾ ਰੀਡ ਕਰਨਾ, ਇਨਸਰਟ ਕਰਨਾ, ਨਵਾਂ ਡੇਟਾ ਕਿਵੇਂ ਐਡ ਕਰਨਾ ਜਾਂ ਪੁਰਾਣੇ ਡੇਟਾ ਨੂੰ ਕਿਵੇਂ ਡਿਲੀਟ ਕਰਨਾ। ਤਾਂ ਇਹ ਸਾਰਾ ਚੀਜ਼ ਰੀਡ ਕਰਨਾ, ਇਨਸਰਟ ਕਰਨਾ, ਡਿਲੀਟ ਕਰਨਾ, ਇਹ ਸਾਰਾ ਕੰਮ ਕਿਹਦਾ? ਡੇਟਾਬੇਸ ਦੇ ਵਿੱਚ ਹੁੰਦਾ। ਐਂਡ ਆਰਗੇਨਾਈਜ਼ ਦਾ ਡੇਟਾ ਇਨ ਦਾ ਫਾਰਮ ਆਫ ਟੇਬਲਸ, ਵਿਊ, ਸਕੀਮਾਸ, ਰਿਪੋਰਟਸ। ਤਾਂ ਡੇਟਾਬੇਸ ਓਵਰਆਲ ਕੀ ਹੈ? ਇੱਕ ਕਲੈਕਸ਼ਨ ਹੈ ਜਿਹੜਾ ਡੇਟਾ ਇੱਕ ਦੂਜੇ ਨਾਲ ਜੁੜਿਆ ਹੋਇਆ, ਜਿਸ ਨੂੰ ਆਪਾਂ ਆਸਾਨੀ ਨਾਲ ਰੀਡ ਕਰ ਸਕਦੇ ਹਾਂ, ਐਡ ਕਰ ਸਕਦੇ ਹਾਂ, ਡਿਲੀਟ ਕਰ ਸਕਦੇ ਹਾਂ। ਅਤੇ ਜਿਹੜਾ ਇਹ ਡੇਟਾ ਹੈ ਆਪਾਂ ਕਿਸ ਫਾਰਮ ਦੇ ਵਿੱਚ ਦੇਖ ਸਕਦੇ ਹਾਂ, ਕਿਹੜੇ ਕਿਹੜੇ ਰੂਪ ਦੇ ਵਿੱਚ ਦੇਖ ਸਕਦੇ ਹਾਂ? ਇਸ ਨੂੰ ਆਪਾਂ ਟੇਬਲ ਦੇ ਵਿੱਚ ਦੇਖ ਸਕਦੇ ਹਾਂ, ਵਿਊ ਦੇ ਵਿੱਚ ਦੇਖ ਸਕਦੇ ਹਾਂ, ਸਕੀਮਾਂ ਦੇ ਵਿੱਚ ਦੇਖ ਸਕਦੇ ਹਾਂ, ਜਾਂ ਇਸ ਦੀ ਆਪਾਂ ਰਿਪੋਰਟ ਬਣਾ ਸਕਦੇ ਹਾਂ। ਜੇ ਹੁਣ ਇੱਕ ਆਪਾਂ ਜਰਨਲ ਐਗਜ਼ਾਮਪਲ ਲਈਏ ਤਾਂ ਇੱਕ ਯੂਨੀਵਰਸਿਟੀ ਦਾ ਡੇਟਾਬੇਸ, ਉਸ ਦੇ ਵਿੱਚ ਕੀ ਕੁਛ ਹੋਏਗਾ? ਤਾਂ ਉਸ ਦੇ ਵਿੱਚ ਡੇਟਾ ਹੋਏਗਾ ਸਟੂਡੈਂਟਸ ਦਾ, ਜਿਹੜੇ ਬੱਚੇ ਉੱਥੇ ਪੜ੍ਹ ਰਹੇ ਹਨ, ਫੈਕਲਟੀ ਦਾ, ਟੀਚਰਸ ਦਾ ਜਿਹੜੇ ਉੱਥੇ ਟੀਚ ਕਰ ਰਹੇ ਹਨ, ਜਾਂ ਐਡਮਿਨ ਸਟਾਫ ਜਾਂ ਅਦਰ ਨੋਨ ਟੀਚਿੰਗ ਸਟਾਫ। ਤਾਂ ਇਹ ਸਾਰਾ ਡੇਟਾ ਜਿਹੜਾ ਜਦੋਂ ਆਪਾਂ ਇੱਕ ਜਗ੍ਹਾ ਦੇ ਉੱਪਰ ਸੇਵ ਕਰ ਲੈਂਦੇ ਹਾਂ ਤਾਂ ਉਹ ਕੀ ਬਣ ਜਾਂਦਾ ਹੈ? ਡੇਟਾਬੇਸ ਬਣ ਜਾਂਦਾ। ਠੀਕ ਹੈ ਜੀ। ਹੁਣ ਜੇ ਆਪਣੇ ਕੋਲ ਯੂਨੀਵਰਸਿਟੀ ਦਾ ਡੇਟਾਬੇਸ ਬਣਿਆ ਹੋਇਆ ਹੈ ਤਾਂ ਆਪਾਂ ਉਸ ਦੇ ਵਿੱਚੋਂ ਆਸਾਨੀ ਨਾਲ ਡੇਟਾ ਰੀਡ ਕਰ ਸਕਦੇ ਹਾਂ, ਇਨਸਰਟ ਕਰ ਸਕਦੇ ਹਾਂ, ਡਿਲੀਟ ਕਰ ਸਕਦੇ ਹਾਂ। ਠੀਕ ਹੈ ਜੀ। ਜਿਵੇਂ ਹੁਣ ਤੁਸੀਂ ਦੇਖੋ, ਕਾਲਜ ਦੀ ਵੈਬਸਾਈਟ ਓਪਨ ਕਰੋਗੇ ਤਾਂ ਕਾਲਜ ਦੀ ਵੈਬਸਾਈਟ ਦੇ ਉੱਪਰ ਤੁਹਾਨੂੰ ਸਾਰਾ ਕੁਝ ਮਿਲ ਜਾਏਗਾ। ਤਾਂ ਇਹ ਸਾਰੀ ਦੀ ਸਾਰੀ ਇਨਫੋਰਮੇਸ਼ਨ ਕਿੱਥੇ ਸੇਵ ਹੁੰਦੀ ਹੈ? ਡੇਟਾਬੇਸ ਦੇ ਵਿੱਚ ਸੇਵ ਹੁੰਦੀ ਹੈ। ਹੁਣ ਜਿਹੜੀ ਦੂਜੀ ਟਰਮ ਹੈ, ਜੇ ਉਸ ਨੂੰ ਤੁਸੀਂ ਧਿਆਨ ਨਾਲ ਦੇਖੋ ਤਾਂ ਉਸ ਦਾ ਨਾਮ ਹੈ ਡੇਟਾਬੇਸ ਮੈਨੇਜਮੈਂਟ ਸਿਸਟਮ। ਠੀਕ ਹੈ ਜੀ। ਹੁਣ ਮੈਨੇਜਮੈਂਟ ਸਿਸਟਮ ਜਿਹੜਾ ਪਾਰਟ ਹੈ ਉਸ ਦਾ ਮਤਲਬ ਕੀ ਹੈ? ਕੋਈ ਇੱਕ ਇਹੋ ਜਿਹਾ ਸੋਫਟਵੇਅਰ ਜਿਹੜਾ ਆਪਾਂ ਨੂੰ ਡੇਟਾਬੇਸ ਨੂੰ ਮੈਨੇਜ ਕਰਨ ਦੇ ਵਿੱਚ ਹੈਲਪ ਕਰੇ, ਤਾਂ ਉਸ ਨੂੰ ਕੀ ਕਹਾਂਗੇ ਆਪਾਂ? ਡੇਟਾਬੇਸ ਮੈਨੇਜਮੈਂਟ ਸਿਸਟਮ, DBMS। ਤਾਂ ਜਿਹੜਾ ਤੁਹਾਡਾ ਸਬਜੈਕਟ ਹੈ DBMS, ਇਸ ਦੀ ਫੁੱਲ ਫਾਰਮ ਡੇਟਾਬੇਸ ਮੈਨੇਜਮੈਂਟ ਸਿਸਟਮ, ਅਤੇ ਇਹਦਾ ਮਤਲਬ ਕੀ ਹੈ? ਡੇਟਾਬੇਸ ਨੂੰ ਮੈਨੇਜ ਕਰਨ ਵਾਲਾ ਸੋਫਟਵੇਅਰ ਕੀ ਕਹਿਲਾਉਂਦਾ ਹੈ? DBMS। ਹੁਣ DBMS ਸੋਫਟਵੇਅਰ ਜਿਹੜਾ ਹੈ ਉਹ ਕਿਹੜੇ ਕਿਹੜੇ ਹਨ ਜਿਹੜੇ ਮਾਰਕੀਟ ਦੇ ਵਿੱਚ ਅਵੇਲੇਬਲ ਹਨ? MySQL, Oracle, ਇਹ ਪੋਪੂਲਰ ਸੋਫਟਵੇਅਰ ਨੇ, DBMS ਸੋਫਟਵੇਅਰ ਨੇ, ਜਿਨ੍ਹਾਂ ਦੀ ਹੈਲਪ ਨਾਲ ਆਪਾਂ ਡੇਟਾਬੇਸ ਨੂੰ ਮੈਨੇਜ ਕਰ ਸਕਦੇ ਹਾਂ। ਹੁਣ DBMS ਦੇ ਵਿੱਚ ਜਿਹੜੇ ਯੂਜ਼ਰਸ ਨੇ, ਯੂਜ਼ਰ ਮਤਲਬ ਆਪਾਂ ਜਿਹੜੇ ਪਰਸਨ ਹਾਂ ਜਾਂ ਜਿਹੜਾ ਉਹਨੂੰ ਮੈਨੇਜ ਕਰ ਰਿਹਾ ਹੈ, ਉਹ ਕਿਹੜੇ ਕਿਹੜੇ ਟਾਸਕ ਪਰਫਾਰਮ ਕਰ ਸਕਦਾ ਹੈ? ਤਾਂ ਸਭ ਤੋਂ ਪਹਿਲਾਂ ਜਿਹੜਾ ਕੰਮ ਡੇਟਾਬੇਸ ਦੇ ਵਿੱਚ ਹੋ ਸਕਦਾ ਹੈ, ਡੇਟਾ ਡੈਫੀਨੇਸ਼ਨ। ਜੇ ਤੁਸੀਂ ਡੇਟਾ ਡੈਫੀਨੇਸ਼ਨ ਦੀ ਗੱਲ ਕਰੋਗੇ ਤਾਂ ਇਸ ਦਾ ਮਤਲਬ ਕੀ ਹੈ? ਡੇਟਾਬੇਸ ਦੇ ਵਿੱਚ ਜਿਹੜਾ ਡੇਟਾ ਆਪਾਂ ਨੇ ਸੇਵ ਕੀਤਾ ਹੈ ਉਸ ਨੂੰ ਕ੍ਰੀਏਟ ਕਿਵੇਂ ਕਰਨਾ ਹੈ, ਮੋਡੀਫਾਈ ਕਿਵੇਂ ਕਰਨਾ ਹੈ, ਰਿਮੂਵ ਕਿਵੇਂ ਕਰਨਾ ਹੈ, ਇਹ ਸਾਰੇ ਡੇਟਾ ਦੀ ਡੈਫੀਨੇਸ਼ਨ ਨੂੰ ਕ੍ਰੀਏਟ ਕਿਵੇਂ ਕਰਨਾ ਹੈ, ਮੋਡੀਫਾਈ ਕਿਵੇਂ ਕਰਨਾ ਹੈ, ਰਿਮੂਵ ਕਿਵੇਂ ਕਰਨਾ, ਤਾਂ ਉਸ ਨੂੰ ਕੀ ਕਹਾਂਗੇ ਆਪਾਂ? ਡੇਟਾ ਡੈਫੀਨੇਸ਼ਨ। ਸੈਕਿੰਡ ਪੁਆਇੰਟ ਹੈ ਡੇਟਾ ਅਪਡੇਸ਼ਨ।
ਡੇਟਾ ਅਪਡੇਸ਼ਨ ਦਾ ਮਤਲਬ ਕੀ ਹੈ, ਡੇਟਾਬੇਸ ਦੇ ਵਿੱਚ ਜਿਹੜਾ ਡੇਟਾ ਹੈ ਉਸ ਨੂੰ ਆਲਰੇਡੀ ਆਪਾਂ ਨੇ ਐਡ ਕਰ ਚੁੱਕੇ ਹਾਂ, ਉੱਪਰ ਡੇਟਾ ਡੈਫੀਨੇਸ਼ਨ ਦੇ ਵਿੱਚ ਆਪਾਂ ਕ੍ਰੀਏਟ ਕਰ ਚੁੱਕੇ ਹਾਂ। ਹੁਣ ਉਸ ਡੇਟਾ ਨੂੰ ਇਨਸਰਟ ਕਿਵੇਂ ਕਰਨਾ ਹੈ, ਮੋਡੀਫਾਈ ਕਿਵੇਂ ਕਰਨਾ ਹੈ, ਮੋਡੀਫਾਈ ਮਤਲਬ ਉਸ ਦੇ ਵਿੱਚ ਚੇਂਜਸ ਕਿਵੇਂ ਕਰਨੀਆਂ ਹਨ ਜਾਂ ਉਸ ਨੂੰ ਡਿਲੀਟ ਕਿਵੇਂ ਕਰਨਾ ਹੈ, ਤਾਂ ਇਹ ਸਾਰਾ ਕੰਮ ਕਿਸ ਦੇ ਵਿੱਚ ਆਏਗਾ, ਡੇਟਾ ਅਪਡੇਸ਼ਨ ਦੇ ਵਿੱਚ ਆਏਗਾ। ਜਿਹੜਾ ਥਰਡ ਪੁਆਇੰਟ ਹੈ ਉਹ ਹੈ ਡੇਟਾ ਰਿਟਰੀਵਲ। ਹੁਣ ਡੇਟਾ ਰਿਟਰੀਵਲ ਦਾ ਮਤਲਬ ਕੀ ਹੈ, ਜਿਹੜਾ ਡੇਟਾਬੇਸ ਦੇ ਵਿੱਚ ਡੇਟਾ ਤੁਹਾਡੇ ਕੋਲ ਪਿਆ ਹੈ ਉਸ ਨੂੰ ਰੀਡ ਕਿਵੇਂ ਕਰਨਾ ਹੈ, ਉਸ ਡੇਟਾ ਨੂੰ ਆਪਾਂ ਆਸਾਨੀ ਨਾਲ ਰੀਡ ਕਰ ਸਕੀਏ ਅਤੇ ਡਿਫਰੈਂਟ ਪਰਪਸ ਲਈ ਉਸ ਨੂੰ ਯੂਜ਼ ਕਰ ਸਕੀਏ। ਨੈਕਸਟ ਜਿਹੜਾ ਪੁਆਇੰਟ ਹੈ ਯੂਜ਼ਰ ਐਡਮਿਨਿਸਟ੍ਰੇਸ਼ਨ। ਹੁਣ ਜੇ ਤੁਸੀਂ ਧਿਆਨ ਨਾਲ ਦੇਖੋ, ਧਿਆਨ ਨਾਲ ਸੋਚੋ ਤਾਂ ਇੱਕ ਗੱਲ ਤੁਹਾਨੂੰ ਜ਼ਰੂਰ ਯਾਦ ਆਵੇਗੀ ਕਿ ਸਾਰਾ ਦਾ ਸਾਰਾ ਕੰਮ ਕੋਈ ਨਾ ਕੋਈ ਮੈਨੇਜ ਕਰਦਾ ਹੈ। ਜਿਵੇਂ ਕਾਲਜ ਦੇ ਵਿੱਚ ਪ੍ਰਿੰਸੀਪਲ ਹੁੰਦਾ ਹੈ, ਬੈਂਕ ਦੇ ਵਿੱਚ ਬੈਂਕ ਮੈਨੇਜਰ ਹੁੰਦਾ ਹੈ, ਉਵੇਂ ਹੀ ਡੇਟਾਬੇਸ ਨੂੰ ਮੈਨੇਜ ਕਰਨ ਵਾਲੇ ਪਰਸਨ ਨੂੰ ਆਪਾਂ ਕੀ ਕਵਾਂਗੇ, ਡੇਟਾਬੇਸ ਐਡਮਿਨਿਸਟ੍ਰੇਟਰ। ਹੁਣ ਯੂਜ਼ਰ ਐਡਮਿਨਿਸਟ੍ਰੇਸ਼ਨ ਜਾਂ ਡੇਟਾਬੇਸ ਐਡਮਿਨਿਸਟ੍ਰੇਟਰ ਦਾ ਕੰਮ ਕੀ ਹੈ, ਸਭ ਤੋਂ ਪਹਿਲਾਂ ਜਿਹੜਾ ਕੰਮ ਹੈ ਮੋਨੀਟਰ ਕਰਨਾ ਯੂਜ਼ਰਸ ਨੂੰ, ਮਤਲਬ ਕਿ ਜਿਹੜੇ ਯੂਜ਼ਰ ਡੇਟਾਬੇਸ ਨੂੰ ਯੂਜ਼ ਕਰ ਰਹੇ ਹਨ ਉਹਨਾਂ ਨੂੰ ਚੈੱਕ ਕਰਨਾ ਕਿ ਉਹ ਕਿਸ ਤਰੀਕੇ ਨਾਲ ਡੇਟਾਬੇਸ ਨੂੰ ਯੂਜ਼ ਕਰ ਰਹੇ ਹਨ। ਉਸ ਡੇਟਾ ਦੇ ਉੱਪਰ ਸਿਕਿਉਰਿਟੀ ਲਗਾਉਣਾ। ਸਿਕਿਉਰਿਟੀ ਲਗਾਉਣ ਦਾ ਮਤਲਬ ਇਹ ਹੈ ਤਾਂ ਕਿ ਜਿਹੜਾ ਅਨਆਥੋਰਾਈਜ਼ਡ ਯੂਜ਼ਰ ਹੈ ਉਸ ਨੂੰ ਯੂਜ਼ ਨਾ ਕਰ ਸਕੇ। ਜਿੰਨੀ ਵੀ ਪਰਫਾਰਮੈਂਸ ਹੈ ਉਸ ਨੂੰ ਮੋਨੀਟਰ ਕਰਨਾ। ਮੇਨਟੇਨ ਡੇਟਾ ਇੰਟੀਗ੍ਰਿਟੀ ਰੂਲਸ। ਡੇਟਾ ਇੰਟੀਗ੍ਰਿਟੀ ਰੂਲਸ ਆਪਾਂ ਅੱਗੇ ਵੀ ਪੜਾਂਗੇ। ਇਹ ਕੁਝ ਰੂਲਸ ਹੁੰਦੇ ਹਨ ਜਿਹੜਾ ਡੇਟਾਬੇਸ ਦੇ ਵਿੱਚ ਡੇਟਾ ਸੇਵ ਕਰਨ ਲਈ ਯੂਜ਼ ਹੁੰਦੇ ਹਨ। ਤਾਂ ਉਸੇ ਤਰੀਕੇ ਨਾਲ ਹੀ ਰਿਕਵਰੀ ਕਰਨਾ, ਜਾਂ ਜਦੋਂ ਕੋਈ ਡੇਟਾਬੇਸ ਖਰਾਬ ਹੋ ਜਾਏ ਤਾਂ ਉਸ ਨੂੰ ਠੀਕ ਕਿਵੇਂ ਕਰਨਾ ਹੈ, ਤਾਂ ਇਹ ਸਾਰੇ ਦੇ ਸਾਰਾ ਕੰਮ ਯੂਜ਼ਰ ਐਡਮਿਨਿਸਟ੍ਰੇਟਰ ਦਾ ਹੁੰਦਾ ਹੈ। ਹੁਣ ਜਿਹੜਾ ਨੈਕਸਟ ਟੌਪਿਕ ਹੈ ਤੁਹਾਡੇ ਕੋਲ, ਇਹ ਕੀ ਹੈ, ਆਪਾਂ ਨੂੰ ਡੇਟਾਬੇਸ ਸਿਸਟਮ ਦੀ ਜ਼ਰੂਰਤ ਕਿਉਂ ਪਈ। ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਅੱਜ ਤੋਂ ਕੁਝ ਸਾਲ ਪਹਿਲਾਂ ਫਾਈਲ ਸਿਸਟਮ ਯੂਜ਼ ਹੁੰਦਾ ਸੀ। ਫਾਈਲ ਸਿਸਟਮ ਦੇ ਵਿੱਚ ਕੀ ਹੁੰਦਾ ਸੀ, ਯੂਜ਼ਰ ਜਿਹੜਾ ਸੀ ਆਪਣਾ ਡੇਟਾ ਫਾਈਲ ਦੇ ਵਿੱਚ ਲਿਖ ਕੇ ਹਾਰਡ ਡਿਸਕ ਦੇ ਉੱਪਰ ਸਟੋਰ ਕਰ ਲੈਂਦਾ ਸੀ। ਹੁਣ ਜਿਹੜਾ ਯੂਜ਼ਰ ਸੀ ਉਹ ਉਸ ਦੇ ਵਿੱਚ ਕੋਈ ਵੀ ਕ੍ਰੀਏਟ ਕਰ ਸਕਦਾ ਸੀ, ਐਡਿਟ ਕਰ ਸਕਦਾ ਸੀ, ਡਿਲੀਟ ਕਰ ਸਕਦਾ ਸੀ ਫਾਈਲਸ ਨੂੰ, ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਇਹ ਸਾਰੇ ਚੇਂਜਸ ਕਰ ਸਕਦਾ ਸੀ। ਫੋਰ ਐਗਜ਼ਾਮਪਲ ਜੇ ਗੱਲ ਕਰੀਏ ਯੂਨੀਵਰਸਿਟੀ ਮੈਨੇਜਮੈਂਟ ਸਿਸਟਮ, ਮੰਨ ਲਓ ਇਸ ਦੇ ਉੱਪਰ ਆਪਾਂ ਨੇ ਫਾਈਲ ਸਿਸਟਮ ਕੀਤਾ ਹੈ, ਵੱਖ-ਵੱਖ ਡਿਪਾਰਟਮੈਂਟ ਹਨ, ਹਰੇਕ ਦਾ ਆਪਣਾ ਰਿਕਾਰਡ ਹੈ। ਬਟ ਹੁਣ ਪ੍ਰੋਬਲਮ ਕੀ ਆਏਗੀ, ਜਿੰਨੇ ਵੀ ਡਿਪਾਰਟਮੈਂਟ ਹਨ, ਜਿੰਨੇ ਵੀ ਸੈਕਸ਼ਨ ਹਨ, ਉਹਨਾਂ ਦੇ ਵਿੱਚ ਰੋਲ ਨੰਬਰ, ਨੇਮ, ਫਾਦਰ ਨੇਮ, ਐਡਰੈਸ, ਫੋਨ ਨੰਬਰ, ਇਹ ਸਟੂਡੈਂਟਸ ਦਾ ਸਾਰੇ ਪਾਸੇ ਜਿਹੜਾ ਉਹ ਸੇਮ ਰਹੇਗਾ। ਉਸੇ ਤਰੀਕੇ ਨਾਲ ਕੀ ਹੈ ਕਿ ਜਿਹੜਾ ਇਹ ਡੇਟਾ ਹੈ ਉਹ ਡੁਪਲੀਕੇਟ ਫਾਰਮ ਦੇ ਵਿੱਚ ਹਰੇਕ ਫਾਈਲ ਦੇ ਵਿੱਚ ਸੇਵ ਹੋ ਜਾਏਗਾ। ਤਾਂ ਇਸ ਤਰੀਕੇ ਨਾਲ ਆਪਣੇ ਕੋਲ ਫਾਈਲ ਸਿਸਟਮ ਦੇ ਵਿੱਚ ਕੁਝ ਪ੍ਰੋਬਲਮਸ ਆਉਂਦੀਆਂ ਸਨ। ਉਹ ਪ੍ਰੋਬਲਮਸ ਕਰਕੇ ਹੀ ਆਪਾਂ ਨੇ ਡੇਟਾਬੇਸ ਸਿਸਟਮ ਨੂੰ ਚੂਜ਼ ਕੀਤਾ। ਤਾਂ ਜਿਹੜੀਆਂ ਪ੍ਰੋਬਲਮਸ ਫਾਈਲ ਸਿਸਟਮ ਦੇ ਵਿੱਚ ਆਉਂਦੀਆਂ ਹਨ ਉਹ ਕਿਹੜੀਆਂ ਹਨ, ਤਾਂ ਜਿਹੜੀ ਸਭ ਤੋਂ ਪਹਿਲੀ ਪ੍ਰੋਬਲਮ ਆ ਰਹੀ ਹੈ ਉਹ ਹੈ ਰਿਡੰਡੈਂਸੀ ਆਫ ਡੇਟਾ। ਹੁਣ ਰਿਡੰਡੈਂਸੀ ਦਾ ਮਤਲਬ ਕੀ ਹੈ, ਡੁਪਲੀਕੇਟ ਡੇਟਾ। ਤਾਂ ਇਹਦਾ ਮਤਲਬ ਕੀ ਹੈ, ਜੇ ਮੰਨ ਲਓ ਕਿਸੇ ਸਟੂਡੈਂਟ ਨੇ ਆਪਣਾ ਫ਼ੋਨ ਨੰਬਰ ਚੇਂਜ ਕਰਾਉਣਾ ਹੈ ਤਾਂ ਉਸ ਨੂੰ ਅਲੱਗ-ਅਲੱਗ ਡਿਪਾਰਟਮੈਂਟ 'ਚ ਜਾ ਕੇ ਆਪਣਾ ਫ਼ੋਨ ਨੰਬਰ ਚੇਂਜ ਕਰਾਉਣਾ ਪਏਗਾ। ਤਾਂ ਕੁਝ ਜਗ੍ਹਾ 'ਤੇ ਉਹ ਫ਼ੋਨ ਅਪਡੇਟ ਹੋ ਜਾਏਗਾ ਅਤੇ ਕੁਝ ਜਗ੍ਹਾ 'ਤੇ ਉਹ ਅਪਡੇਟ ਨਹੀਂ ਹੋਏਗਾ। ਤਾਂ ਜਿਹੜਾ ਡੇਟਾ ਹੈ ਉਹ ਡੁਪਲੀਕੇਟ ਫਾਰਮ ਦੇ ਵਿੱਚ ਅਲੱਗ-ਅਲੱਗ ਜਗ੍ਹਾ ਦੇ ਉੱਪਰ ਸੇਵ ਹੋ ਜਾਵੇਗਾ। ਇਨਕਨਸਿਸਟੈਂਸੀ ਆਫ ਡੇਟਾ। ਜੇ ਸੈਕਿੰਡ ਪੁਆਇੰਟ ਦੇਖੋ ਤੁਸੀਂ, ਇਨਕਨਸਿਸਟੈਂਸੀ ਆਫ ਡੇਟਾ ਦਾ ਮਤਲਬ ਕੀ ਹੈ, ਮਲਟੀਪਲ ਕਾਪੀਜ਼ ਜਿਹੜੀਆਂ ਨੇ ਉਹ ਅਲੱਗ-ਅਲੱਗ ਜਗ੍ਹਾ 'ਤੇ ਸੇਵ ਹੋ ਰਹੀਆਂ ਹਨ। ਰਿਡੰਡੈਂਸੀ ਕੀ ਸੀ, ਡੁਪਲੀਕੇਟ ਡੇਟਾ ਤੁਹਾਡੇ ਕੋਲ। ਔਰ ਇਨਕਨਸਿਸਟੈਂਸੀ ਕੀ ਹੈ, ਤੁਹਾਡੇ ਕੋਲ ਜਿਹੜਾ ਹੈ ਸੇਮ ਡੇਟਾ ਮਲਟੀਪਲ ਕਾਪੀਜ਼ ਦੇ ਵਿੱਚ ਤੁਹਾਡੇ ਕੋਲ ਅਲੱਗ-ਅਲੱਗ ਜਗ੍ਹਾ ਦੇ ਉੱਪਰ ਸੇਵ ਕੀਤਾ ਹੋਇਆ ਹੈ। ਜੇ ਤੁਸੀਂ ਥਰਡ ਪੁਆਇੰਟ ਦੀ ਗੱਲ ਕਰੋ, ਡਿਫਿਕਲਟ ਡੇਟਾ ਅਸੈਸ। ਹੁਣ ਇਹਦਾ ਮਤਲਬ ਕੀ ਹੈ, ਕਿਉਂਕਿ ਫਾਈਲ ਜਿਹੜੀ ਹੈ ਉਹ ਅਲੱਗ-ਅਲੱਗ ਜਗ੍ਹਾ ਦੇ ਉੱਪਰ ਸੇਵ ਪਈ ਹੈ ਅਤੇ ਜੇ ਕਿਸੇ ਯੂਜ਼ਰ ਨੇ ਇੱਕ ਪਰਟੀਕੂਲਰ ਸਟੂਡੈਂਟ ਨੂੰ ਸਰਚ ਕਰਨਾ ਹੈ ਜਿਹੜਾ ਕਿ ਡੇਟਾ ਸੌਰਟਿਡ ਫਾਰਮ ਦੇ ਵਿੱਚ ਨਹੀਂ ਹੈ, ਤਾਂ ਉਸਨੂੰ ਬਹੁਤ ਜ਼ਿਆਦਾ
ਟਾਈਮ ਲੱਗ ਜਾਵੇਗਾ। ਨੈਕਸਟ ਜਿਹੜਾ ਪੁਆਇੰਟ ਹੈ ਅਨਆਥੋਰਾਈਜ਼ਡ ਅਸੈਸ। ਹੁਣ ਅਨਆਥੋਰਾਈਜ਼ਡ ਅਸੈਸ ਦਾ ਮਤਲਬ ਕੀ ਹੈ, ਜਿਹੜਾ ਯੂਜ਼ਰ ਹੈ ਫਾਈਲ ਸਿਸਟਮ ਦੇ ਵਿੱਚ ਅਨਆਥੋਰਾਈਜ਼ਡ ਅਸੈਸ ਨੂੰ, ਜਿਹੜਾ ਫਾਈਲ ਸਿਸਟਮ ਹੈ ਉਹ ਅਨਆਥੋਰਾਈਜ਼ਡ ਅਸੈਸ ਆਫ ਡੇਟਾ ਪ੍ਰੋਵਾਈਡ ਕਰਦਾ ਹੈ। ਫੋਰ ਐਗਜ਼ਾਮਪਲ ਜੇ ਕਿਸੇ ਬੱਚੇ ਕੋਲ ਆਪਣੇ ਮਾਰਕਸ ਵਾਲੀ ਫਾਈਲ ਆ ਜਾਏ ਤਾਂ ਉਹ ਆਪਣਾ ਰਿਕਾਰਡ ਚੇਂਜ ਕਰ ਸਕਦਾ ਹੈ। ਨੈਕਸਟ ਜਿਹੜਾ ਪੁਆਇੰਟ ਹੈ ਨੋ ਕੰਕਰੈਂਸੀ ਅਸੈਸ। ਹੁਣ ਜੇ ਤੁਸੀਂ ਇਸ ਦੇ ਪੁਆਇੰਟ ਨੂੰ ਧਿਆਨ ਨਾਲ ਸਮਝੋ ਤਾਂ ਕੰਕਰੈਂਸੀ ਦਾ ਮਤਲਬ ਕੀ ਹੈ, ਇੱਕ ਜਾਂ ਇੱਕ ਤੋਂ ਜ਼ਿਆਦਾ ਯੂਜ਼ਰ ਸੇਮ ਟਾਈਮ ਦੇ ਉੱਪਰ ਜਦੋਂ ਡੇਟਾਬੇਸ ਨੂੰ ਅਪਡੇਟ ਕਰਦੇ ਹਨ ਤਾਂ ਉਹਨੂੰ ਕੀ ਕਹਾਂਗੇ, ਕੰਕਰੈਂਸੀ ਪ੍ਰੋਬਲਮ। ਤਾਂ ਫਾਈਲ ਸਿਸਟਮ ਦੇ ਵਿੱਚ ਕੰਕਰੈਂਸੀ ਨੂੰ ਕੰਟਰੋਲ ਕਰਨ ਲਈ ਆਪਣੇ ਕੋਲ ਕੋਈ ਵੀ ਤਰੀਕਾ ਨਹੀਂ ਸੀ। ਨੈਕਸਟ ਪੁਆਇੰਟ ਜਿਹੜਾ ਹੈ ਨੋ ਬੈਕਅਪ ਐਂਡ ਰਿਕਵਰੀ। ਹੁਣ ਇਸ ਦਾ ਮਤਲਬ ਕੀ ਹੈ, ਤੁਹਾਡਾ ਜਿਹੜਾ ਫਾਈਲ ਸਿਸਟਮ ਹੈ ਉਸ ਦੇ ਵਿੱਚ ਕੋਈ ਵੀ ਬੈਕਅਪ ਐਂਡ ਰਿਕਵਰੀ ਦਾ ਪ੍ਰੋਸੈਸ ਨਹੀਂ ਹੈ। ਜੇ ਬਾਈ ਚਾਂਸ ਤੁਹਾਡੇ ਕੋਲ ਡੇਟਾ ਡਿਲੀਟ ਹੋ ਜਾਵੇ ਤਾਂ ਤੁਸੀਂ ਉਸ ਨੂੰ ਰਿਕਵਰ ਨਹੀਂ ਕਰ ਸਕਦੇ। ਤਾਂ ਅੱਜ ਜਿਹੜੇ ਪੁਆਇੰਟਸ ਤੁਸੀਂ ਰੀਡ ਕੀਤੇ ਹਨ, ਇਹ ਵੀਡੀਓ ਦੇ ਵਿੱਚ ਜਿਹੜੇ ਟੌਪਿਕ ਕਵਰ ਕੀਤੇ ਹਨ, ਡੇਟਾਬੇਸ ਕੀ ਹੈ, ਡੇਟਾਬੇਸ ਮੈਨੇਜਮੈਂਟ ਸਿਸਟਮ ਕੀ ਹੈ, ਡੇਟਾਬੇਸ ਮੈਨੇਜਮੈਂਟ ਸਿਸਟਮ ਦੇ ਵਿੱਚ ਕਿਹੜੇ ਆਪਾਂ ਕੰਮ ਕਰ ਸਕਦੇ ਹਾਂ, ਉਸ ਤੋਂ ਬਾਅਦ ਤੁਹਾਡੇ ਕੋਲ ਹੈ ਫਾਈਲ ਸਿਸਟਮ ਕੀ ਹੈ, ਫਾਈਲ ਸਿਸਟਮ ਦੀਆਂ ਕੀ ਡਿਸਐਡਵਾਂਟੇਜਸ ਹਨ।